ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 315 ਤੋਂ ਲੈ ਕੇ 316 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਪੰਜਵਾਂ। ਰਹਿੰਦੇ ਖੁਹੰਦੇ ਨਿੰਦਕ ਮਾਰੀਅਨ, ਕਰ ਆਪੇ ਆਹਰ। ਸੰਤ ਸਹਾਈ ਨਾਨਕਾ, ਵਰਤੈ ਸਭ ਜਾਹਰ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਵੀ ਜਿਹੜੇ ਸਤਿਗੁਰ ਦੇ ਨਿੰਦਕ ਨੇ, ਜਿਹੜੀ ਉਹਨਾਂ ਦੀ ਰਹਿੰਦੀ ਖੂੰਹਦੀ ਕੋਈ ਚੰਗੇ ਕਰਮ ਸੀ, ਉਹ ਵੀ ਮਤਲਬ ਪਰਮਾਤਮਾ ਨੇ ਉਹਨਾਂ ਦੀਆਂ ਬੁਰਾਈਆਂ ਦੇਖ ਕੇ ਸਾਰੇ ਖਤਮ ਕਰ ਦਿੱਤੇ। ਹੁਣ ਉਹ ਸਾਰੇ ਬਿਲਕੁਲ ਹੀ ਬੁਰਿਆਂ ਦੀ ਕਤਾਰ ਵਿੱਚ ਖੜ ਗਏ। ਕਹਿੰਦੇ ਸੰਤਾਂ ਦਾ ਪਰਮਾਤਮਾ ਆਪ ਸਹਾਈ ਆ। ਨਾਨਕ ਜੀ ਕਹਿੰਦੇ ਇਹ ਕਲਾ ਕਹਿੰਦੇ ਪ੍ਰਤੱਖ ਤੌਰ 'ਤੇ ਅਸੀਂ ਦੇਖ ਸਕਦੇ ਹਾਂ ਕਿ ਪਰਮਾਤਮਾ ਸੰਤਾਂ ਦਾ ਰਾਖਾ ਹੈ। ਮਹੱਲਾ ਪੰਜਵਾਂ। ਮੁੰਡੋ ਭੁੱਲੇ ਮੁੰਡ ਤੇ, ਕਿੱਥੇ ਪਾਇਨ ਹੱਥ। ਤਿੰਨੈ ਮਾਰੇ ਨਾਨਕਾ, ਜੇ ਕਰਨ ਕਾਰਨ ਸਮਰੱਥ। ਕਹਿੰਦੇ ਜਿਹੜੇ ਪਰਮਾਤਮਾ ਤੋਂ ਖੁੰਝੇ ਹੋਏ ਨੇ, ਤੇ ਉਹ ਕਹਿੰਦੇ ਉਸੇ ਪਰਮਾਤਮਾ ਨੇ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ, ਕਹਿੰਦੇ ਫਿਰ ਉਹਨੇ ਹੀ ਉਹਨਾਂ ਨੂੰ ਹੁਣ ਕੁਰਾਹੇ ਪਾਇਆ ਹੋਇਆ ਹੈ। ਕਹਿੰਦੇ ਜੇ ਉਹਨੇ ਹੀ ਕੁਰਾਹੇ ਪਾਇਆ, ਫਿਰ ਹੁਣ ਸਹਾਰਾ ਕਿੱਥੋਂ ਮਿਲ ਸਕਦਾ। ਪੌੜੀ ਪੰਜਵੀਂ। ਲੈ ਫਾਹੇ ਰਾਤੀ ਤੁਰੈ ਪ੍ਰਭ, ਜਾਣੈ ਪ੍ਰਾਣੀ। ਤੱਕੈ ਨਾਰ ਪਰਾਈਆਂ, ਲੁਕ ਅੰਦਰ ਠਾਣੀ। ਸੰਨੀ ਦੇਨ ਵਿਖਮ ਥਾਏ, ਮਿੱਠਾ ਮਦ ਮਾਣੀ। ਕਹਿੰਦੇ ਜਿਹੜੇ ਸੰਨ ਲਾਉਂਦੇ ਨੇ ਰਾਤ ਨੂੰ, ਕਹਿੰਦੇ ਚੋਰ ਤੁਰੇ ਫਿਰਦੇ ਨੇ, ਕਹਿੰਦੇ ਪਰ ਪਰਮਾਤਮਾ ਸਭ ਨੂੰ ਜਾਣਦਾ ਵੀ ਕੀ ਕਰ ਰਹੇ ਨੇ। ਕਹਿੰਦੇ ਉਹ ਜਿਹੜਾ ਇਸਤਰੀਆਂ ਨੇ ਗਹਿਣੇ ਵਗੈਰਾ ਪਾਏ ਹੁੰਦੇ ਨੇ, ਉਹ ਵੀ ਲੋਕ ਦੇਖਦੇ ਨੇ ਕਿ ਵੀ ਇਹ ਚੋਰੀ ਕਰਨੇ ਨੇ, ਸਾਨਾ ਲਾਉਂਦੇ ਨੇ। ਕਹਿੰਦੇ ਫਿਰ ਕਹਿੰਦੇ ਜਿਸ ਤਰ੍ਹਾਂ ਇਸ ਤਰ੍ਹਾਂ ਬਾਅਦ 'ਚ ਚੋਰੀ ਕਰਨ ਤੋਂ ਬਾਅਦ ਫਿਰ ਜਿੱਦਾਂ ਸ਼ਰਾਬ ਪੀਂਦੇ ਨੇ, ਉਹਨੂੰ ਮਿੱਠੀ ਕਰਕੇ ਜਾਣਦੇ ਨੇ, ਬੁਰੇ ਕੰਮ ਕਰਦੇ ਨੇ। ਕਰਮੀ ਆਪੋ ਆਪਣੀ, ਆਪੇ ਪਛਤਾਣੀ। ਅਜਰਾਇਲ ਫਰੇਸਤਾ, ਤਿਲ ਪੀੜੇ ਕਾਣੀ। ਕਹਿੰਦੇ ਫਿਰ ਜਿਸ ਤਰ੍ਹਾਂ ਦੇ ਕਹਿੰਦੇ ਉਹਨਾਂ ਨੇ ਕਰਮ ਕੀਤੇ ਹੁੰਦੇ ਨੇ, ਉਹਦੇ ਅਨੁਸਾਰ ਫਿਰ ਕਹਿੰਦੇ ਉਹਨਾਂ ਨੂੰ ਪਛਤਾਵਾ ਹੁੰਦਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਬੀਜਦੇ ਨੇ ਫਿਰ ਉਸ ਤਰ੍ਹਾਂ ਦਾ ਹੀ ਅੱਗੇ ਫਲ ਆਉਂਦਾ ਨਾ। ਕਹਿੰਦੇ ਫਿਰ ਜਿਹੜੇ ਇੱਦਾਂ ਦੇ ਮਾੜੇ ਕੰਮ ਕਰਨ ਵਾਲੇ ਹੁੰਦੇ ਨੇ, ਮੌਤ ਦਾ ਫਰਿਸ਼ਤਾ ਜਿਹਨੂੰ ਅਜ਼ਰਾਇਲ ਕਹਿੰਦੇ ਨੇ, ਫਿਰ ਕਹਿੰਦੇ ਉਹ ਇਹਨਾਂ ਨੂੰ ਇਸ ਤਰ੍ਹਾਂ ਦੁੱਖ ਦਿੰਦਾ ਜਿਵੇਂ ਤਿਲ ਘਾਣੀ ਦੇ ਵਿੱਚ ਪੀੜੇ ਜਾਂਦੇ ਨੇ, ਵੀ ਇੰਨੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਨੇ। ਸ਼ਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹਕੇ, ਸੇਈ ਪਰਵਾਨ। ਦੂਜਾ ਸੇਵਨ ਨਾਨਕਾ, ਸੇ ਪਚ ਪਚ ਮੋਏ ਅਜਾਣ। ਪਾਤਸ਼ਾਹ ਕਹਿੰਦੇ ਨੇ ਜਿਹੜੇ ਉਸ ਪਰਮਾਤਮਾ ਦੇ ਸੱਚੇ ਸੇਵਕ ਬਣ ਜਾਂਦੇ ਨੇ, ਉਹੀ ਦਰਗਾਹ ਦੇ ਵਿੱਚ ਕਬੂਲ ਪੈਂਦੇ ਨੇ। ਜਿਹੜੇ ਪਰਮਾਤਮਾ ਨੂੰ ਛੱਡ ਕੇ ਦੂਜੇ ਦੇ ਪਿਆਰ ਵਿੱਚ ਲੱਗਦੇ ਨੇ, ਉਹ ਕਹਿੰਦੇ ਫਿਰ ਆਪਣਾ ਜਨਮ ਅਜਾਈਂ ਗਵਾਉਂਦੇ ਨੇ। ਮਹੱਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਰਾਮ ਨਾਮ ਤਨ ਵਖਰੋ, ਨਾਨਕ ਸਦਾ ਧਿਆਏ। ਕਹਿੰਦੇ ਉਹਨਾਂ ਦੇ ਵੀ ਕੀ ਵਸ, ਜੋ ਉਹਨਾਂ ਦੇ ਪੂਰਵਲੇ ਕਰਮਾਂ ਦੇ ਅਨੁਸਾਰ ਪਰਮਾਤਮਾ ਨੇ ਲੇਖ ਲਿਖੇ ਨੇ, ਉਹ ਕਹਿੰਦੇ ਹੁਣ ਮੇਟੇ ਨਹੀਂ ਜਾ ਸਕਦੇ। ਨਾਨਕ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਸਦਾ ਧਿਆਓ, ਇਹ ਨਾਮ ਤਨ ਇਕੱਠਾ ਕਰੋ, ਫਿਰ ਹੋ ਸਕਦਾ ਤੁਹਾਡੀ ਇਹ ਜਿਹੜੇ ਪੁਰਾਣੇ ਇਹ ਭੁਗਤਣੇ ਪੈਂਦੇ ਨੇ ਲੇਖ ਲਿਖੇ, ਫਿਰ ਹੋ ਸਕਦਾ ਇਹ ਮੇਟੇ ਜਾਣ। ਪੌੜੀ ਪੰਜਵੀਂ। ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੈ ਰੱਖੈ।
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ। ਕਹਿੰਦੇ ਜਿਹਨੂੰ ਪਰਮਾਤਮਾ ਨੇ ਆਪ ਹੀ ਕਹਿੰਦੇ ਆਪਣੇ ਦਰ ਤੋਂ ਕਹਿੰਦੇ ਉਹਨੂੰ ਡੇਗਿਆ ਹੋਇਆ, ਜਿਹਨੂੰ ਪਰਮਾਤਮਾ ਨੇ ਧੱਕਾ ਮਾਰਿਆ ਹੋਇਆ, ਕਹਿੰਦੇ ਫਿਰ ਉਹਦੀ ਸਹਾਇਤਾ ਕੌਣ ਕਰ ਸਕਦਾ। ਕਹਿੰਦੇ ਉਹ ਪਾਪ ਕਰਦਿਆਂ ਬਸ ਨਹੀਂ ਕਰਦਾ ਹੈਗਾ, ਪਾਪਾਂ ਦੀ ਜ਼ਹਿਰ ਦੇ ਵਿੱਚ ਹੀ ਹਰ ਵਕਤ ਰਹਿੰਦਾ। ਨਿੰਦਾ ਕਰਦਾ ਪਚ ਮੂਆ ਵਿੱਚ ਦੇਹੀ ਪਖੈ, ਸੱਚੈ ਸਾਹਿਬ ਮਾਰਿਆ ਕੌਣ ਤਿਸਨੋ ਰੱਖੈ। ਨਾਨਕ ਤਿਸ ਸਰਨਾਗਤੀ ਜੋ ਪੁਰਖ ਅਲਖੈ। ਕਹਿੰਦੇ ਜਿਹੜਾ ਨਿੰਦਾ ਕਰਦਾ ਦੂਜਿਆਂ ਦੀ, ਕਹਿੰਦੇ ਉਹ ਨਿੰਦਾ ਕਰ ਕਰਕੇ ਆਪ ਹੀ ਕਹਿੰਦੇ ਆਪਣੀ ਦੇਹੀ ਦੇ ਵਿੱਚ ਰੋਗ ਲਾਉਂਦਾ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ। ਕਹਿੰਦੇ ਜਿਹਨੂੰ ਸੱਚੇ ਸਾਹਿਬ ਨੇ ਕੁਰਾਹੇ ਪਾਇਆ ਹੋਇਆ ਉਹਦੀ ਸਹਾਇਤਾ ਕੌਣ ਕਰ ਸਕਦਾ। ਨਾਨਕ ਜੀ ਕਹਿੰਦੇ ਨੇ ਮੈਂ ਤਾਂ ਉਸ ਪਰਮਾਤਮਾ ਦੀ ਸ਼ਰਨ ਆਇਆ ਜਿਸ ਨੂੰ ਕਹਿੰਦੇ ਅਸੀਂ ਲੱਖ ਨਹੀਂ ਸਕਦੇ, ਜਿਸ ਨੂੰ ਕਹਿੰਦੇ ਅਸੀਂ ਦੇਖ ਨਹੀਂ ਸਕਦੇ। ਸ਼ਲੋਕ ਮਹੱਲਾ ਪੰਜਵਾਂ। ਨਰਕ ਘੋਰ ਬਹੁ ਦੁਖ ਕਣੇ, ਅਕਿਰਤ ਕਣਾ ਕਾ ਥਾਨ। ਤਿਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਆਰਾਮ। ਕਹਿੰਦੇ ਜਿਹੜੇ ਅਕਿਰਤ ਕਣ ਨੇ, ਕੀਤਾ ਹੋਇਆ ਭੁਲਾ ਦਿੰਦੇ ਨੇ, ਕਹਿੰਦੇ ਫਿਰ ਉਹਨਾਂ ਨੂੰ ਬਹੁਤ ਦੁੱਖ ਕਹਿੰਦੇ ਸਹਿਣੇ ਪੈਂਦੇ ਨੇ। ਦੁੱਖ ਸਹਿਣੇ ਹੀ ਨਰਕ ਹੈ ਨਾ। ਫਿਰ ਕਹਿੰਦੇ ਉਹਨਾਂ ਨੂੰ ਪਰਮਾਤਮਾ ਨੇ ਹੀ ਇਹ ਸਜ਼ਾ ਦਿੱਤੀ ਹੁੰਦੀ ਆ ਕਿ ਉਹਨਾਂ ਦਾ ਫਿਰ ਇਹ ਜਿਹੜਾ ਆਤਮਿਕ ਜੀਵਨ ਆ ਸਾਰਾ ਖਤਮ ਹੋ ਜਾਂਦਾ, ਕਿਉਂਕਿ ਉਹ ਇੰਨੇ ਮਾੜੇ ਕੰਮ ਕਰਦੇ ਨੇ। ਮਹੱਲਾ ਪੰਜਵਾਂ। ਅਵਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾਹੀਂ। ਆਪ ਭੁਲਾਏ ਨਾਨਕਾ, ਪਚ ਪਚ ਜੋਨੀ ਪਾਹੇ। ਕਹਿੰਦੇ ਸਾਰੇ ਰੋਗਾਂ ਦਾ ਪਰਮਾਤਮਾ ਨੇ ਦਾਰੂ ਕੀਤਾ, ਦਵਾ ਬਣਾਈ ਆ, ਪਰ ਕਹਿੰਦੇ ਨਿੰਦਾ ਕਰਨ ਵਾਲਿਆਂ ਲਈ ਕੋਈ ਦਾਰੂ ਨਹੀਂ, ਉਹਨਾਂ ਦਾ ਕੋਈ ਇਲਾਜ ਨਹੀਂ ਹੈ। ਕਹਿੰਦੇ ਉਹ ਪਰਮਾਤਮਾ ਨੇ ਆਪ ਹੀ ਕੁਰਾਹੇ ਪਾਏ ਹੋਏ ਨੇ। ਨਾਨਕ ਜੀ ਕਹਿੰਦੇ ਫਿਰ ਕਹਿੰਦੇ ਉਹਨਾਂ ਨੂੰ ਆਪਣੇ ਕੀਤੇ ਦਾ ਫਲ ਭੋਗਣਾ ਪੈਂਦਾ, ਉਹ ਮੁੜ ਮੁੜ ਜਨਮ ਮਰਨ ਦੇ ਚੱਕਰ 'ਚ ਪੈਂਦੇ ਨੇ। ਪੌੜੀ ਪੰਜਵੀਂ। ਤੁਸ ਦਿੱਤਾ ਪੂਰੈ ਸਤਿਗੁਰੂ, ਹਰ ਧਨ ਸੱਚ ਅਖੁੱਟ। ਸਭ ਅੰਦੇਸੇ ਮਿਟ ਗਏ, ਜਮ ਕਾ ਪਉ ਛੁੱਟ। ਕਹਿੰਦੇ ਜਿਸ ਜੀਵ ਨੂੰ ਸਤਿਗੁਰ ਨੇ ਕਹਿੰਦੇ ਪ੍ਰਸੰਨ ਹੋ ਕੇ ਨਾਮ ਧਨ ਦਿੱਤਾ, ਉਹ ਕਦੇ ਖਤਮ ਨਹੀਂ ਹੋਣ ਵਾਲਾ। ਫਿਰ ਉਸ ਜੀਵ ਦੇ ਕਹਿੰਦੇ ਸਾਰੇ ਸਹਿਮ ਭਰਮ ਸਾਰੇ ਖਤਮ ਹੋ ਗਏ, ਫਿਰ ਉਹਨੂੰ ਮੌਤ ਦਾ ਡਰ ਵੀ ਚੁੱਕ ਹੋ ਗਿਆ। ਕਾਮ ਕ੍ਰੋਧ ਬੁਰਿਆਈਆਂ, ਸੰਗ ਸਾਧੂ ਟੁੱਟ। ਵਿਣ ਸੱਚੇ ਦੂਜਾ ਸੇਵਦੇ, ਹੋਏ ਮਰਸਨ ਬੁੱਟ। ਕਹਿੰਦੇ ਜਿਹੜੇ ਸਾਧੂ ਦਾ ਸੰਗ ਕਰਦੇ ਨੇ, ਉਹਨਾਂ ਦੇ ਜਿਹੜੇ ਸਾਰੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਬੁਰਾਈਆਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਪਰ ਕਹਿੰਦੇ ਜਿਹੜੇ ਪਰਮਾਤਮਾ ਨੂੰ ਛੱਡ ਕੇ ਹੋਰ ਦੂਜੇ ਦੀ ਸੇਵਾ 'ਚ ਲੱਗੇ ਨੇ, ਉਹ ਕਹਿੰਦੇ ਨਿਆਸਰੇ ਹੋ ਕੇ, ਜਿਵੇਂ ਚਿੜੀ ਦਾ ਬੋਟ ਹੁੰਦਾ ਮਰਦਾ, ਇਸ ਤਰ੍ਹਾਂ ਮਰਦੇ ਨੇ। ਕਹਿੰਦੇ ਫਿਰ ਉਹਨਾਂ ਨੂੰ ਕੋਈ ਸਹਾਰਾ ਨਹੀਂ ਰਹਿੰਦਾ। ਨਾਨਕ ਕੋ ਗੁਰ ਬਖਸਿਆ, ਨਾਮੈ ਸੰਗ ਜੁਟ। ਕਹਿੰਦੇ ਨਾਨਕ ਤੇ ਕਹਿੰਦੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਆ। ਨਾਨਕ ਕਹਿੰਦੇ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ। ਸ਼ਲੋਕ ਮਹੱਲਾ ਚੌਥਾ। ਤਪਾ ਨ ਹੋਵੈ ਅੰਦਰੋਂ, ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ। ਅੱਗੋਂ ਦੇ ਸੱਦਿਆ ਸੱਤੈ ਦੀ, ਭਿਖਿਆ ਲੈ ਨਾਹੀਂ। ਪਿੱਛੋਂ ਦੇ ਪਛਤਾਏ ਕੈ ਆਣ, ਤਪੈ ਪੁੱਤ ਵਿੱਚ ਬਹਾਲਿਆ। ਹਾਂਜੀ ਸੰਗਤ ਜੀ, ਜਿਹੜਾ ਇਹ ਤਪੇ ਦੀ ਗੱਲ ਕਰ ਰਹੇ ਨੇ, ਇਹ ਇਤਿਹਾਸ ਵਿੱਚ ਲਿਖਿਆ
ਜਿਸ ਤਰ੍ਹਾਂ ਆਪਾਂ ਪਿੱਛੇ ਵੀ ਜ਼ਿਕਰ ਕਰਕੇ ਆਏ ਸੀ, ਜਿਹੜਾ ਕੋਈ ਮਰਵਾਹਾ ਗੋਂਦਾ ਸੀ, ਉਹਦੇ ਮੌਤ ਤੋਂ ਬਾਅਦ ਉਹਦੇ ਪੁੱਤਰ ਨੂੰ ਚੁੱਕ ਕੇ ਗੁਰੂ ਅਮਰਦਾਸ ਜੀ ਦੇ ਵਿਰੋਧ ਵਿੱਚ ਅਕਬਰ ਦੇ ਦਰਬਾਰ ਵਿੱਚ, ਲਾਹੌਰ ਦੇ ਨਵਾਬ ਦੇ ਦਰਬਾਰ ਵਿੱਚ ਜਿਹੜੀਆਂ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਸੀਗੀਆਂ, ਇਹ ਜਿਹੜਾ ਤਪਾ ਸੀ ਇਹਨੇ ਚੁੱਕ ਚੁਕਾ ਕੇ ਮਰਵਾਹੇ ਗੋਂਦੇ ਦੇ ਪੁੱਤਰ ਨੂੰ ਕਿ ਵੀ ਗੁਰੂ ਅਮਰਦਾਸ ਜੀ ਦੇ ਵਿਰੁੱਧ ਸਾਰੀਆਂ ਕਾਰਵਾਈਆਂ ਕਰਵਾਉਂਦਾ ਸੀ ਇਹ ਤਪਾ। ਪਰ ਗੁਰੂ ਅਮਰਦਾਸ ਜੀ ਫਿਰ ਵੀ ਇਹਨੂੰ ਮਤਲਬ ਬਖਸ਼ ਦਿੰਦੇ ਸੀਗੇ ਵੀ ਚਲੋ ਕੋਈ ਗੱਲ ਨਹੀਂ। ਫਿਰ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਬੌਲੀ ਦੀ ਸਥਾਪਨਾ ਕੀਤੀ ਅਤੇ ਉਦੋਂ ਫਿਰ ਕਹਿੰਦੇ ਉੱਥੇ ਲੰਗਰ ਕਰਵਾਇਆ ਗੁਰੂ ਸਾਹਿਬਾਨ ਨੇ, ਤਾਂ ਉੱਥੇ ਸਾਰੇ ਸਾਧੂ ਮਹਾਤਮਾਵਾਂ ਨੂੰ ਸੱਦਿਆ ਅਤੇ ਪਹਿਲਾਂ ਤਾਂ ਇਹਨੂੰ ਤਪੇ ਨੂੰ ਵੀ ਉਹਨਾਂ ਨੇ ਸੁਨੇਹਾ ਭੇਜਿਆ, ਸੱਦਾ ਦਿੱਤਾ, ਪਰ ਇਹ ਗਿਆ ਨਹੀਂ। ਫਿਰ ਬਾਅਦ ਦੇ ਵਿੱਚ ਕਹਿੰਦੇ ਇਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬਾਨ ਨੇ ਉੱਥੇ ਮੋਹਰਾਂ ਵੀ ਵੰਡਣੀਆਂ ਨੇ। ਫਿਰ ਕਹਿੰਦੇ ਇਹਨੇ ਆਪਣੇ ਪੁੱਤਰ ਨੂੰ ਕਹਿੰਦੇ ਕੰਧ ਟਪਾ ਕੇ ਅੰਦਰ ਭੇਜਿਆ ਕਿ ਵੀ ਫਿਰ ਮੋਹਰਾਂ ਤਾਂ ਲੈ ਆਵੇ ਇਹ ਲੰਗਰ ਛਕ ਕੇ, ਆਪ ਨਹੀਂ ਗਿਆ। ਇਹ ਉਸ ਤਪੇ ਵਾਲੇ ਇੱਥੇ ਗੱਲ ਹੋ ਰਹੀ ਆ। ਕਹਿੰਦੇ ਜਿਹੜਾ ਤਪਾ ਕਹਿੰਦੇ ਅੰਦਰੋਂ ਲੋਭੀ ਆ ਮਾਇਆ ਲਈ, ਉਸ ਤਰ੍ਹਾਂ ਕਹਿੰਦੇ ਵੀ ਮਤਲਬ ਅੰਦਰ ਉਹਦੇ ਜਿਵੇਂ ਵਿਸ ਘੋਲਦਾ ਹੈਗਾ। ਪਹਿਲਾਂ ਬੁਲਾਇਆ, ਸੱਦੇ 'ਤੇ ਨਹੀਂ ਗਿਆ ਅਤੇ ਬਾਅਦ ਦੇ ਵਿੱਚ ਫਿਰ ਉਹਨੇ ਆਪਣੇ ਪੁੱਤਰ ਨੂੰ ਭੇਜਿਆ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਫਿਰ ਜਿਹੜੇ ਉਹਨੂੰ ਸਾਰੇ ਜਾਣਦੇ ਸੀਗੇ, ਫਿਰ ਉਹਨਾਂ 'ਚ ਜਿੱਦਾਂ ਹਾਸਾ ਮਜ਼ਾਕ ਹੋਇਆ ਕਿ ਵੀ ਇਹ ਹੁਣ ਲੋਭ ਦੇ ਕਰਕੇ ਹੁਣ ਵੀ ਇਹਨੇ ਆਪਣੇ ਪੁੱਤਰ ਨੂੰ ਇੱਥੇ ਭੇਜਿਆ। ਜਿੱਥੈ ਥੋੜ੍ਹਾ ਧਨ ਵੇਖੈ, ਤਿੱਥੈ ਤਪਾ ਪਿੱਠੈ ਨਾਹੀਂ, ਧਨ ਬਹੁਤੇ ਡਿੱਠੇ ਤਪੇ ਧਰਮ ਹਾਰਿਆ। ਕਹਿੰਦੇ ਜਿੱਥੇ ਤਾਂ ਉਹਨੂੰ ਥੋੜ੍ਹਾ ਧਨ ਮਿਲਦਾ ਸੀ ਉੱਥੇ ਤਾਂ ਜਾਂਦਾ ਨਹੀਂ ਸੀਗਾ, ਜਿੱਥੇ ਉਹਨੂੰ ਬਹੁਤਾ ਧਨ ਮਿਲਦਾ ਉੱਥੇ ਫਿਰ ਆਪਣਾ ਧਰਮ ਦੀ ਵੀ ਪਰਵਾਹ ਨਹੀਂ ਕਰਦਾ ਤਪਾ। ਭਾਈ ਇਹ ਤਪਾ ਨਾ ਹੋਵੀ ਬਗਲਾ, ਹੈ ਬਹਿ ਸਾਧ ਜਨਾ ਵਿਚਾਰਿਆ। ਫਿਰ ਕਹਿੰਦੇ ਸਾਧ ਜਨ ਕਹਿੰਦੇ ਨੇ ਕਿ ਵੀ ਭਾਈ ਇਹ ਤਪਾ ਨਾ ਹੋ ਕੇ ਇਹ ਤਾਂ ਬਗਲਾ ਹੈ, ਪਖੰਡੀ ਹੈ। ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੇ ਕੀ ਉਸਤਤ ਵਿੱਚ ਹੋਵੈ, ਏਤ ਦੋਖੇ ਤਪਾ ਦੇ ਮਾਰਿਆ। ਕਹਿੰਦੇ ਸੰਤ ਪੁਰਖਾਂ ਦੀ, ਗੁਰੂ ਸਾਹਿਬਾਨ ਦੀ ਤਾਂ ਤਪਾ ਨਿੰਦਾ ਕਰਦਾ, ਪਰ ਸੰਸਾਰੀ ਲੋਕਾਂ ਦੀ ਉਸਤਤ ਵਿੱਚ ਲੱਗਿਆ ਹੋਇਆ। ਉਹਦੇ ਇਸ ਦੋਸ਼ ਦੇ ਕਾਰਨ ਪਰਮਾਤਮਾ ਨੇ ਉਹਨੂੰ ਜਿਵੇਂ ਆਪਣੇ ਦਰ ਤੋਂ ਧੱਕਾ ਦਿੱਤਾ ਹੁੰਦਾ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਕਾਲਿਆ। ਫਿਰ ਕਹਿੰਦੇ ਗੁਰੂ ਸਾਹਿਬਾਨ ਦੀ ਨਿੰਦਾ ਕਰਦਾ ਸੀ, ਇਸ ਕਰਕੇ ਜਿਹੜੀ ਕੋਈ ਪਹਿਲੀ ਵੀ ਚੰਗੀ ਕਮਾਈ ਸੀ, ਘਾਲ ਕਮਾਈ, ਉਹ ਵੀ ਤਪੇ ਦੀ ਜਾਂਦੀ ਰਹੀ। ਕਹਿੰਦੇ ਫਿਰ ਕਹਿੰਦੇ ਨਿੰਦਾ ਦਾ ਉਹਨੂੰ ਇਹ ਫਲ ਮਿਲਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਕਹਿੰਦੇ ਬਾਹਰ ਤਾਂ ਸਭਾ ਦੇ ਵਿੱਚ ਸਾਰਿਆਂ ਨੂੰ ਉੱਪਰੋਂ ਚੰਗਾ ਬਣ ਕੇ ਦਿਖਾਉਂਦਾ ਹੈ ਤਪਾ, ਪਰ ਅੰਦਰੋਂ ਕਹਿੰਦੇ ਪਾਪ ਨੇ, ਉਹਦੇ ਤਪੇ ਦੇ ਅੰਦਰ ਪਾਪ ਚੱਲਦੇ ਨੇ, ਪਾਪਾਂ ਦੀ ਸੋਚ ਚੱਲਦੀ ਆ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾਲਿਆ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ, ਜਿੱਥੇ ਮਹਾਂ ਹਥਿਆਰਿਆ। ਫਿਰ ਕਹਿੰਦੇ ਜਿਹੜੇ ਉਹਦੇ ਅੰਦਰਲੇ ਪਾਪ ਸੀ, ਪਰਮਾਤਮਾ ਨੇ ਉਹ ਵੀ ਲੋਕਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤੇ, ਅਤੇ ਧਰਮ ਰਾਏ ਨੇ ਵੀ ਆਪਣੇ ਜਮਦੂਤਾਂ ਨੂੰ ਇਹ ਸੱਦਾ ਦਿੱਤਾ ਕਿ ਇਹ ਤਪੇ ਨੂੰ ਉੱਥੇ ਰੱਖਣਾ ਹੈ ਜਿੱਥੇ ਬਹੁਤ ਵੱਡੇ ਪਾਪੀ ਰੱਖੇ ਨੇ। ਫਿਰ ਇਸ ਤਪੇ ਦੇ ਮੋਹ ਕੋਈ ਲੱਗੋ ਨਾਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਫਿਰ ਕਹਿੰਦੇ ਭਾਈ ਇਸ ਇੱਦਾਂ ਲੋਕਾਂ ਨੂੰ ਕਿਹਾ ਕਿ ਇਹ ਸਤਿਗੁਰ ਦੇ ਦਰ ਤੋਂ ਫਿਟਕਾਰਿਆ ਹੈ, ਵੀ ਇਹਦੀ ਸੰਗਤ ਨਾ ਕਰੋ ਤਪੇ ਦੀ। ਹਰ ਕੇ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ, ਸੋ ਬੂਝੇ ਜੋ ਦੇ ਸਵਾਰਿਆ।
ਕਹਿੰਦੇ ਭਾਈ ਨਾਨਕ ਜੀ ਨੇ ਤਾਂ ਇਹ ਸਾਰੀ ਕਥਾ ਵਾਰਤਾ ਜੋ ਪਰਮਾਤਮਾ ਦੇ ਦਰਗਾਹ ਦੇ ਵਿੱਚ ਵਰਤੀ ਆ ਉਹਦੇ ਬਾਰੇ ਆਖ ਕੇ ਸੁਣਾਇਆ, ਪਰ ਇਹਨੂੰ ਸੱਚ ਉਹੀ ਸਮਝ ਸਕਦਾ ਜਿਹਨੂੰ ਪਰਮਾਤਮਾ ਨੇ ਆਤਮਿਕ ਜੀਵਨ ਦਿੱਤਾ। ਮਹੱਲਾ ਚੌਥਾ। ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ। ਹਰ ਕੀਰਤਨ ਭਗਤ ਨਿਤ ਗਾਵਦੇ, ਹਰ ਨਾਮ ਸੁਖਦਾਈ। ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤ ਨੇ ਉਸ ਹਮੇਸ਼ਾ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਸਦਾ ਪਰਮਾਤਮਾ ਦੇ ਕੀਰਤੀ ਦੇ ਸ਼ਬਦ ਗਾਉਂਦੇ ਨੇ। ਕਹਿੰਦੇ ਹਰੀ ਦਾ ਨਾਮ ਹਮੇਸ਼ਾ ਹੀ ਸੁੱਖ ਦੇਣ ਵਾਲਾ ਹੈ। ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ, ਬਖਸ਼ੀਆਂ ਨਿਤ ਚੜ੍ਹੈ ਸਵਾਈ। ਕਹਿੰਦੇ ਪਰਮਾਤਮਾ ਆਪਣੇ ਭਗਤਾਂ ਨੂੰ ਨਾਮ ਦੀ ਵਡਿਆਈ ਦੇ ਨਾਲ ਬਖਸ਼ਦਾ ਹੈ, ਜਿਹੜੀ ਵਡਿਆਈ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਆ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਂ, ਆਪਣੀ ਪੈਜ ਰਖਾਈ। ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ, ਬਹੁ ਦੇ ਸਜਾਈ। ਕਹਿੰਦੇ ਜਿਹੜੇ ਹਰੀ ਦੇ ਭਗਤ ਨੇ ਉਹ ਕਹਿੰਦੇ ਨਿਜ ਦੇ ਘਰ ਵਿੱਚ ਬੈਠ ਜਾਂਦੇ ਨੇ, ਉਹਨਾਂ ਦੇ ਜੀਵਨ ਸਥਿਰ ਹੋ ਜਾਂਦੇ ਨੇ। ਪਰ ਜਿਹੜੇ ਨਿੰਦਕ ਨੇ ਕਹਿੰਦੇ ਉਹਨਾਂ ਕੋਲੋਂ ਉਹਨਾਂ ਦੀ ਕੀਤੀ ਮਾੜੀ ਕਮਾਈ ਦਾ ਲੇਖਾ ਮੰਗਿਆ ਜਾਂਦਾ ਤੇ ਉਸ ਦੇ ਅਨੁਸਾਰ ਫਿਰ ਸਜ਼ਾਵਾਂ ਮਿਲਦੀਆਂ ਨੇ। ਜੇਹਾ ਨਿੰਦਕ ਆਪਣੇ ਜੀ ਕਮਾਵਦੇ, ਤੇਹੋ ਫਲ ਪਾਈ। ਅੰਦਰ ਕਮਾਣਾ ਸਰ ਪਰ ਉਗੜੈ, ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ। ਕਹਿੰਦੇ ਜਿਹੜੇ ਨਿੰਦਕ ਨੇ ਜਿਸ ਤਰ੍ਹਾਂ ਦੇ ਕਹਿੰਦੇ ਉਹ ਕੰਮ ਮਾੜੇ ਕਰਦੇ ਨੇ, ਉਹੋ ਜਿਹਾ ਫਿਰ ਫਲ ਭੋਗਦੇ ਨੇ। ਚਾਹੇ ਕਹਿੰਦੇ ਕੋਈ ਧਰਤੀ ਦੇ ਹੇਠਾਂ ਛੁਪ ਕੇ ਪਾਪ ਕਰ ਲਵੇ, ਪਰ ਕਹਿੰਦੇ ਉਹ ਉੱਗੜ ਆਉਂਦੇ ਨੇ। ਪਰਮਾਤਮਾ ਕੋਲੋਂ ਕਿਸੇ ਦਾ ਮਾੜਾ ਕੀਤਾ ਹੋਇਆ ਕੰਮ ਛੁਪ ਨਹੀਂ ਸਕਦਾ। ਜਨ ਨਾਨਕ ਦੇਖ ਵਿਗਸਿਆ, ਹਰ ਕੀ ਵਡਿਆਈ। ਕਹਿੰਦੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਵਡਿਆਈ ਕਰਕੇ ਦੇਖ ਕੇ ਖੁਸ਼ ਹੁੰਦੇ ਨੇ। ਪੌੜੀ ਮਹੱਲਾ ਪੰਜਵਾਂ। ਭਗਤ ਜਨਾ ਕਾ ਰਾਖਾ, ਹਰ ਆਪ ਹੈ ਕਿਆ ਪਾਪੀ ਕਰੀਐ। ਗੁਮਾਨ ਕਰੈ ਮੂੜ ਗੁਮਾਨੀਆਂ, ਵਿਸ ਖਾਦੀ ਮਰੀਐ। ਕਹਿੰਦੇ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਆਪ ਕਰਦਾ, ਕੋਈ ਜਿਹੜੇ ਉਹਨਾਂ ਦੇ ਵਿਰੋਧੀ ਹੁੰਦੇ ਨੇ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੇ। ਕਹਿੰਦੇ ਉਹ ਹੰਕਾਰ ਵਿੱਚ ਰਹਿੰਦੇ ਨੇ ਤੇ ਹੰਕਾਰ ਦੀ ਜ਼ਹਿਰ ਦੇ ਵਿੱਚ ਹੀ ਖਪਦੇ ਰਹਿੰਦੇ ਨੇ। ਕਹਿੰਦੇ ਆਤਮਿਕ ਮੌਤ ਉਹਨਾਂ ਨੂੰ ਆਈ ਰਹਿੰਦੀ ਆ। ਆਏ ਲਗੇਨੀ ਦੇਹ ਥੋੜੜੇ, ਜਿਉਂ ਪੱਕਾ ਖੇਤ ਲੁਣੀਐ। ਜਿਹੇ ਕਰਮ ਕਮਾਵਦੇ, ਤੇਵੋ ਹੋ ਪਣੀਐ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਦਾ ਤਣੀਐ। ਜਿਸ ਤਰ੍ਹਾਂ ਕਹਿੰਦੇ ਵੀ ਖੇਤ ਪੱਕ ਜਾਂਦਾ ਫਿਰ ਉਹਨੂੰ ਵੱਢ ਲਿਆ ਜਾਂਦਾ, ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜ਼ਿੰਦਗੀ ਦੇ ਦਿਨ ਬਹੁਤ ਥੋੜ੍ਹੇ ਨੇ। ਕਹਿੰਦੇ ਇਹ ਪੱਕਣ ਵਾਲੀ ਛੇਤੀ ਹੋਈ ਹੋ ਜਾਂਦੀ ਆ। ਮੌਤ ਰੂਪੀ ਜਿਹੜੇ ਹੈਗੇ ਨੇ ਕਾਮੇ ਵੱਢਣ ਵਾਲੇ ਛੇਤੀ ਇਸ ਖੇਤੀ ਨੂੰ ਆ ਜਾਂਦੇ ਨੇ। ਫਿਰ ਜਿਹੋ ਜੇ ਕੋਈ ਕਰਮ ਕਰਦਾ ਉਹੋ ਜਿਹਾ ਹੀ ਉਹਨੂੰ ਭੋਗਣਾ ਪੈਂਦਾ। ਕਹਿੰਦੇ ਪਰਮਾਤਮਾ ਸਭ ਤੋਂ ਵੱਡਾ ਹੈ, ਜੋ ਕੁਛ ਉਹ ਕਰਦਾ ਹੈ ਉਹ ਆਪ ਕਰਨ ਕਾਰਨ ਸਮਰੱਥ ਹੈ ਤੇ ਉਹ ਸਾਡਾ ਸਾਰਿਆਂ ਦਾ ਮਾਲਕ ਹੈ। ਬਸ ਉਹਦਾ ਨਾਮ ਜਪੀਏ, ਉਹਦੀ ਸ਼ਰਨ 'ਚ ਰਹੀਏ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ।